ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 210 ਅੰਗ ਤੱਕ ਉਚਾਰ ਸੰਪੂਰਨ ਕਰ ਚੁੱਕੇ ਹਾਂ। ਅੱਜ 211 ਅੰਗ ਤੋਂ ਉਚਾਰ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ, ਨਦਰ ਕਰਨ ਤੇ 211 ਅੰਗ ਦੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਕੀ ਸਮਝਾ ਰਹੇ ਹਨ। ਪ੍ਰਭ ਕੈ ਚਾਕਰ ਸੇ ਭਲੇ, ਜਿਹੜੇ ਮਨੁੱਖ ਪਰਮਾਤਮਾ ਦੇ ਸੇਵਕ ਬਣਦੇ ਹਨ, ਨਾਨਕ ਤਿੰਨ ਮੁਖ ਉਜਲੇ। ਹੇ ਨਾਨਕ, ਉਹ ਭਾਗਾਂ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰਬਾਰ ਵਿੱਚ ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਜੀਰੈ ਓਲਾ ਨਾਮ ਕਾ, ਹੇ ਮੇਰੀ ਜਿੰਦੇ, ਪਰਮਾਤਮਾ ਦਾ ਨਾਮ ਦਾ ਹੀ ਆਸਰਾ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ। ਅਵਰ ਜੇ ਕਰਨ ਕਰਾਮਨੋ, ਤਿੰਨ ਮਹਿ ਭਉ ਹੈ ਜਾਮ ਕਾ। ਰਹਾਉ, ਨਾਮ ਤੋਂ ਬਿਨਾਂ ਮਾਇਆ ਦੀ ਖਾਤਰ ਹੋਰ ਜਿਤਨੇ ਵੀ ਉਦਮ ਯਤਨ ਹੈ, ਉਹਨਾਂ ਦੇ ਸਾਰੇ ਕੰਮਾਂ ਵਿੱਚ ਆਤਮਿਕ ਮੌਤ ਦਾ ਖਤਰਾ ਬਣਦਾ ਜਾਂਦਾ ਹੈ। ਰਹਾਉ, ਰੁਕ ਜਾਣਾ। ਅਵਰ ਯਤਨ ਨਹੀਂ ਪਾਈਐ, ਸਿਮਰਨ ਤੋਂ ਬਿਨਾਂ ਕਿਸੇ ਵੀ ਹੋਰ ਯਤਨ ਨਾਲ ਪਰਮਾਤਮਾ ਨਹੀਂ ਮਿਲਦਾ। ਵੱਡੇ ਭਾਗ ਹਰ ਧਿਆਈਐ, ਪਰ ਵੱਡੀ ਕਿਸਮਤ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਲੱਖ ਹਿਕਮਤੀ ਜਾਣੀਐ, ਜੇ ਜਗਤ ਵਿੱਚ ਲੱਖਾਂ ਚਤਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ, ਆਗਿਆ ਤਿਲ ਨਹੀਂ ਮਾਨੀਐ, ਤਾਂ ਪਰਲੋਕ ਵਿੱਚ ਇਹਨਾਂ ਹਿਕਮਤਾਂ ਦੇ ਕਾਰਨ ਰੱਤਾ ਜਿਤਨਾ ਵੀ ਆਦਰ ਨਹੀਂ ਮਿਲਦਾ। ਜੇ ਕਿਸੇ ਚਤਰਾਈ ਨਾਲ ਆਪਾਂ ਇਸ ਜਗਤ ਵਿੱਚ ਇੱਜ਼ਤ ਖੱਟ ਵੀ ਲੈਂਦੇ ਹਾਂ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਰਲੋਕ ਵਿੱਚ ਅੱਗੇ ਜਾ ਕੇ ਰੱਤਾ ਭਰ ਵੀ ਆਦਰ ਨਹੀਂ ਮਿਲਦਾ। ਅਹੰ ਬੁੱਧ ਕਰਮ ਕਮਾਵਣੈ, ਗਿਰਹਿ ਬਾਲੂ ਨੀਰ ਬਹਾਵਣੈ। ਇਹ ਜਿੰਦੇ, ਜੇ ਆਪਣੇ ਵੱਲੋਂ ਧਾਰਮਿਕ ਕੰਮ ਵੀ ਕੀਤੇ ਜਾਣ, ਪਰ ਉਹ ਹਉਮੈ ਵਾਲੀ ਅਕਲ ਵਧਾਉਣ ਵਾਲੇ ਹੀ ਹੋਣ, ਤਾਂ ਉਹ ਅਜਿਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ, ਜਿਨ੍ਹਾਂ ਨੂੰ ਹੜ੍ਹ ਦੇ ਪਾਣੀ ਦੇ ਰੋੜ ਕੇ ਲੋੜ ਦਿੱਤਾ ਹੁੰਦਾ ਹੈ। ਪ੍ਰਭ ਕਿਰਪਾ ਕਿਰਪਾਲ ਕਰੇ, ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ, ਨਾਨਕ ਨਾਮ ਨਾਨਕ ਸਾਧੂ ਸੰਗ ਮਿਲੇ। ਹੇ ਨਾਨਕ, ਉਸ ਨੂੰ ਗੁਰੂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਮਿਲਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਬਰਨੈ ਬਲਹਾਰਨੈ ਲੱਖ ਬਰੀਆ, ਮੈਂ ਪਰਮਾਤਮਾ ਦੇ ਨਾਮ ਤੋਂ ਲੱਖ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਰਹਾਉ, ਹੇ ਭਾਈ ਮਾਲਕ, ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ। ਰਹਾਉ, ਰੁਕ ਜਾਣਾ, ਠਹਿਰ ਜਾਣਾ। ਕਰਨ ਕਰਾਵਨ ਤੁਈ ਏਕ, ਹੇ ਪ੍ਰਭੂ, ਸਿਰਫ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ, ਜੀਵਾਂ ਪਾਸੋਂ ਕਰਾਉਣ ਦੀ ਸਮਰੱਥਾ ਰੱਖਦਾ ਹੈ। ਜੀ ਜੰਤ ਕੀ ਤੂੰ ਹੀ ਟੇਕ, ਤੂੰ ਹੀ ਸਾਰੇ ਜੀਵਾਂ ਜਨਤਾਂ ਦਾ ਸਹਾਰਾ ਹੈ। ਰਾਜ ਜੋਬਨ ਪ੍ਰਭ ਤੂੰ ਧਨੀ, ਤੂੰ ਨਿਰਗੁਣ ਤੂੰ ਸਰਗੁਣੀ। ਹੇ ਪ੍ਰਭੂ, ਤੂੰ ਹੀ ਹਕੂਮਤ ਦਾ ਮਾਲਕ ਹੈ, ਤੂੰ ਹੀ ਜਵਾਨੀ ਦਾ ਮਾਲਕ ਹੈ। ਤਾਂ ਇੱਥੋਂ ਹੀ ਜੀਵ ਦੁਨੀਆ ਵਿੱਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ, ਤਾਂ ਇੱਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ। ਜਦੋਂ ਜਗਤ ਨਹੀਂ ਸੀ ਬਣਿਆ, ਮਾਇਆ ਦੇ ਤਿੰਨੇ ਗੁਣਾਂ ਤੋਂ ਰਹਿਤ ਵੀ ਤੂੰ ਹੀ ਹੈ। ਹੁਣ ਤੂੰ ਜਗਤ ਰਚ ਦਿੱਤਾ ਹੈ, ਇਹ ਜਿਸ ਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ, ਇਹ ਵੀ ਤੂੰ ਆਪ ਹੀ ਹੈ। ਇਹਾਂ ਉਹਾਂ ਤੁਮ ਰਾਖੈ, ਹੇ ਪ੍ਰਭੂ, ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈ। ਗੁਰ ਕਿਰਪਾ ਕੋ ਲਖੈ, ਗੁਰ ਕਿਰਪਾ ਤੇ ਕੋ ਲਖੈ। ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਹ ਭੇਦ ਸਮਝਦਾ ਹੈ। ਅੰਤਰਜਾਮੀ ਪ੍ਰਭ ਸੋ ਜਾਣ, ਹੇ ਪ੍ਰਭੂ, ਤੂੰ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਤੂੰ ਹੀ ਸਿਆਣਾ ਹੈ।
ਨਾਨਕ ਤਕੀਆ ਤੂੰ ਹੀ ਤਾਣ। ਨਾਨਕ ਦਾ ਸਹਾਰਾ ਤੂੰ ਹੀ ਹੈ, ਨਾਨਕ ਦਾ ਤਾਣ ਤੂੰ ਹੀ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ। ਹਰ 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 ਆਰਾਧੀਐ। ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਸੰਤ ਸੰਗ ਹਰ ਮਨ ਵਸੈ, ਭਰਮ ਮੋਹ ਪੋ ਸਾਧੀਐ। ਰਹਾਉ। ਸੰਤਾਂ ਦੀ ਸੰਗਤ ਵਿੱਚ ਹੀ ਪਰਮਾਤਮਾ ਮਨੁੱਖ ਦੇ ਮਨ ਵਿੱਚ ਵਸ ਸਕਦਾ ਹੈ। ਭਟਕਣਾ ਨੂੰ, ਮੋਹ ਨੂੰ ਤੇ ਡਰ ਸਹਿਮ ਨੂੰ ਕਾਬੂ ਕੀਤਾ ਜਾ ਸਕਦਾ ਹੈ। ਰਹਾਉ। ਵੇਦ ਪੁਰਾਣ ਸਿਮਰਤ ਪਨੇ। ਪੰਡਤ ਲੋਕ ਭਾਵੇਂ ਵੇਦ ਪੁਰਾਣ ਸਿਮਰਤੀਆਂ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ। ਸਭ ਊਚ ਬਿਰਾਜਿਤ ਜਨ ਸੁਨੈ, ਪਰ ਸੰਤ ਜਨ ਲੋਕ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੋਂ ਤੇ ਟਿਕੇ ਹੋਏ ਸੁਣੇ ਜਾਂਦੇ ਹਨ। ਸਗਲ ਅਸਥਾਨ ਪੈ ਪੀਤ ਚੀਨ। ਹੋਰ ਸਾਰੇ ਹਿਰਦੇ ਥਾਂ ਡਰਾਂ ਨਾਲ ਸਹਿਮੇ ਹੋਏ ਵੇਖੀਦੇ ਹਨ। ਰਾਮ ਸੇਵਕ ਪੈ ਹਰਤ ਕੀਨ। ਪਰਮਾਤਮਾ ਦੇ ਸਿਮਰਨ ਨੇ ਪਰਮਾਤਮਾ ਦੇ ਭਗਤਾਂ ਨੂੰ ਡਰ ਤੋਂ ਰਹਿਤ ਕਰ ਦਿੱਤਾ ਹੈ। ਲੱਖ 84 ਜੋਨ ਫਿਰੈ। ਜੀਵ 84 ਲੱਖ ਜੂਨਾਂ ਵਿੱਚ ਭਟਕਦੇ ਫਿਰਦੇ ਹਨ। ਗੋਬਿੰਦ ਲੋਕ ਨਹੀਂ ਜਮ ਮਰੈ। ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਬਲ ਬੁੱਧ ਸਿਆਣਪ ਹੋਮੇ ਰਹੀ, ਹਰ ਸਾਧ ਸਰਨ ਨਾਨਕ ਗਈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ, ਗੁਰੂ ਦਾ ਆਸਰਾ ਲੈ ਲਿਆ ਹੈ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਗਈ ਹੈ। ਹੇ ਨਾਨਕ, ਉਹ ਆਪਣੀ ਤਾਕਤ ਦਾ, ਆਪਣੀ ਅਕਲ ਦਾ, ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਮਨ ਰਾਮ ਨਾਮ ਗੁਣ ਗਾਈਐ। ਹੇ ਮੇਰੇ ਮਨ, ਆਪ ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ। ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ। ਰਹਾਉ। ਹੇ ਮਨ, ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਰਹਾਉ। ਸੰਤ ਸੰਗ ਹਰ ਮਨ ਵਸੈ। ਗੁਰੂ ਸੰਗਤ ਦੀ, ਸੰਤ ਦੀ ਸੰਗਤ ਵਿੱਚ ਰਿਹਾ ਪਰਮਾਤਮਾ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ। ਦੁੱਖ ਦਰਦ ਹਨੇਰਾ ਭਰਮ ਨਸੇ। ਜਿਸ ਦੇ ਮਨ ਵਿੱਚ ਵਸ ਪੈਂਦਾ ਹੈ, ਉਸ ਦੇ ਅੰਦਰੋਂ ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ। ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ। ਮਾਇਆ ਦੀ ਖਾਤਰ ਭਟਕਣਾ ਮੁੱਕ ਜਾਂਦੀ ਹੈ। ਸੰਤ ਪ੍ਰਸਾਦ ਹਰ ਜਪੀਐ, ਸੋ ਜਨ ਦੁੱਖ ਨਾ ਵਿਆਪੀਐ। ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਜਿਹੜਾ ਮਨੁੱਖ ਜਪਦਾ ਹੈ, ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿੱਚ ਨਹੀਂ ਘਿਰਦਾ। ਜਾਗੋ ਗੁਰ ਹਰ ਮੰਤਰ ਹੈ ਦੇ। ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮੰਤਰ ਦਿੰਦਾ ਹੈ, ਸੋ ਉਬਰਿਆ ਮਾਇਆ ਅਗਨ ਤੇ। ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਅੱਗ ਵਿੱਚ ਸੜਨ ਤੋਂ ਬਚ ਜਾਂਦਾ ਹੈ। ਨਾਨਕ ਕੋ ਪ੍ਰਭ ਮਇਆ ਕਰ। ਹੇ ਪ੍ਰਭੂ, ਹੇ ਮੈਂ ਨਾਨਕ ਉੱਤੇ ਕਿਰਪਾ ਕਰ। ਮੇਰੇ ਮਨ ਤਨ ਵਾਸੈ ਨਾਮ ਹਰ। ਤਾਂ ਕਿ ਮੇਰੇ ਮਨ ਵਿੱਚ, ਹਿਰਦੇ ਵਿੱਚ ਹੇ ਹਰੀ ਤੇਰਾ ਨਾਮ ਵਸ ਪਏ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ। ਰਸਨਾ ਜਪੀਐ ਏਕ ਨਾਮ। ਜੀਭ ਨਾਲ ਹਰ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਆਂ ਸੁਖ ਆਨੰਦ ਕਣਾ ਆਗੇ ਜੀ, ਕੈ ਸੰਗ ਕਾਮ। ਰਹਾਉ। ਇਹ ਹਰ ਨਾਮ ਜਪਦੇ, ਜੇ ਹਰ ਨਾਮ ਜਪਦੇ ਰਹੀਏ ਤਾਂ ਇਸ ਲੋਕ ਵਿੱਚ, ਇਸ ਜੀਵਨ ਵਿੱਚ ਬਹੁਤ ਸੁੱਖ ਆਨੰਦ ਮਿਲਦਾ ਹੈ ਅਤੇ ਪਰਲੋਕ ਵਿੱਚ ਇਹ ਹਰ ਨਾਮ ਜਿੰਦ ਦੇ ਕੰਮ ਆਉਂਦਾ ਹੈ। ਰਹਾਉ। ਰੁਕ ਜਾਣਾ, ਠਹਿਰ ਜਾਣਾ। ਕਟਿਐ ਤੇਰੇ ਹੰਗ ਰੋਗ। ਹਰ ਨਾਮ ਦੀ ਬਰਕਤ ਨਾਲ ਤੇਰੇ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ।
ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਨਾਮ ਜਪ ਜਪ ਕੇ ਗੁਰੂ ਦੀ ਕਿਰਪਾ ਨਾਲ ਤੂੰ ਗ੍ਰਸਥ ਦਾ ਸੁੱਖ ਵੀ ਲੈ ਸਕਦਾ ਹੈ ਤੇ ਪ੍ਰਭੂ ਨਾਲ ਮਿਲਾਪ ਵੀ ਪ੍ਰਾਪਤ ਕਰ ਸਕਦਾ ਹੈ। ਹਰ ਰਸ ਜਿਨ 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 ਜਨ ਚਾਖਿਆ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰਸ ਚੱਖ ਲਿਆ ਹੈ ਤਾਂ ਕੀ ਤ੍ਰਿਸ਼ਨਾ ਲਾਥੀ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਲੈ ਜਾਂਦੀ ਹੈ। ਹਰ ਬਿਸਰਾਮ ਨਿਧ ਪਾਇਆ। ਜਿਸ ਮਨੁੱਖ ਨੇ ਹਰ ਨਾਮ ਰਸ ਚੱਖ ਲਿਆ ਹੈ ਉਸ ਨੂੰ ਸ਼ਾਂਤੀ ਦਾ ਖਜ਼ਾਨਾ ਪ੍ਰਾਪਤ ਪਰਮਾਤਮਾ ਮਿਲ ਪਿਆ ਹੈ। ਸੋ ਬੋਹਰ ਨਾ ਕਤ ਹੀ ਧਾਇਆ। ਉਸ ਮਨੁੱਖ ਨੂੰ ਮੁੜ ਕਿਸੇ ਵੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ। ਸੋ ਬੋਹਰ ਨਾ ਕਤ ਹੀ ਧਾਇਆ। ਉਹ ਮਨੁੱਖ ਮੁੜ ਕਿਸੇ ਵੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ। ਹਰ ਹਰ ਨਾਮ ਜਾ ਕੋ ਗੁਰ ਦੀਆ। ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਹੈ, ਨਾਨਕ ਤਾਕਾ ਪਉ ਗਿਆ। ਹੇ ਨਾਨਕ, ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 212 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਗੌੜੀ ਮਹੱਲਾ ਪੰਜਵਾਂ ਗੌੜੀ ਬਾਣੀ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਨੇ। ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ, ਜਾ ਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸ ਨੂੰ ਹੀ ਦੁੱਖ ਆ ਘੇਰਦਾ ਹੈ। ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਓ। ਜਿਹੜੇ ਮਨੁੱਖ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਜਾ ਕੋ ਗੁਰਮੁਖ ਹਿਰਦੈ ਬੁੱਧ। ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਿਮਰਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਕੈ ਕਰ ਤਲ ਨਵ ਨਿਧ ਸਿੱਧ। ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉੱਤੇ 9 ਹੀ ਖਜ਼ਾਨੇ ਤੇ ਸਾਰੀਆਂ ਸਿੱਧੀਆਂ ਆ ਟਿਕਦੀਆਂ ਹਨ। ਜੋ ਜਾਣੇ ਹਰ ਪ੍ਰਭ ਧਨੀ। ਜਿਹੜਾ ਮਨੁੱਖ ਸਭ ਖਜ਼ਾਨਿਆਂ ਦੇ ਮਾਲਕ ਹਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਕਿਛ ਨਾਹੀ ਤਾਂ ਕੈ ਕਮੀ। ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਵੀ ਥੋੜ ਨਹੀਂ ਰਹਿ ਜਾਂਦੀ। ਕਰਨੇ ਹਾਰ ਪਛਾਣਿਆ। ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ ਹੈ, ਸਰਬ ਸੁਖ ਰੰਗ ਮਾਣਿਆ। ਉਹ ਆਤਮਿਕ ਸੁੱਖ ਤੇ ਆਨੰਦ ਮਾਣਦਾ ਹੈ। ਹਰ ਤਨ ਜਾ ਕੈ ਗ੍ਰਹਿ ਵਸੈ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਾਮ ਧਨ ਆ ਵਸਦਾ ਹੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਹੇ ਨਾਨਕ, ਉਹਨਾਂ ਦੀ ਸੰਗਤ ਵਿੱਚ ਰਿਹਾ ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਗਰਭ ਡੱਬੋ ਵੱਡੋ, ਗਰਭ ਵੱਡੋ ਮੂਲ ਇਤਨੋ। ਹੇ ਜੀਵ, ਤੈਨੂੰ ਆਪਣੇ ਆਪ ਦਾ ਹੰਕਾਰ ਤਾਂ ਬਹੁਤ ਹੈ, ਪਰ ਇਸ ਹੰਕਾਰ ਦਾ ਮੂਲ ਤੇਰਾ ਆਪਣਾ ਬਿੱਤ ਥੋੜ੍ਹਾ ਜਿਹਾ ਹੀ ਹੈ। ਰਹਿਣ ਨਹੀਂ ਗਹੋ ਕਿਤਨੋਂ ਰਹਾਓ। ਇਸ ਸੰਸਾਰ ਵਿੱਚ ਤੇਰਾ ਸਦਾ ਲਈ ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਬੇਬਰਜਤ ਵੇਦ ਸੰਤਨਾ ਆਹੂ ਓਹੂ ਸਿਓ ਰੇ ਹਿਤਨੋ। ਹੇ ਜੀਵ, ਜਿਸ ਮਾਇਆ ਦੇ ਮੋਹ ਵੱਲੋਂ ਵੇਦ ਆਦਿਕ ਧਰਮ ਪੁਸਤਕਾਂ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ। ਜਿਸ ਤੋਂ ਗੁਰੂ ਸਾਹਿਬ ਰੋਕਦੇ ਹਨ ਉਹ ਇਹਨਾਂ ਨਾਲ ਹੀ ਪਿਆਰ ਬਣਾ ਕੇ ਬੈਠਾ ਹੋਇਆ ਹੈ। ਹਾਰ ਜੁਆਰ ਜੂਆ ਵਿਦੈ, ਇੰਦਰੀ ਵਸ ਲੈ ਜਿਤਨੋ। ਤੂੰ ਜੀਵਨ ਬਾਜੀ ਹਾਰ ਰਿਹਾ ਹੈ, ਜਿਵੇਂ ਜੂਏ ਵਿੱਚ ਜੁਆਰੀਆ ਹਾਰਦਾ ਹੈ। ਇੰਦਰੀ ਕਾਮ ਵਾਸਨਾ ਨੇ ਆਪਣੇ ਵਸ ਵਿੱਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ। ਭਾਵੇਂ 5 ਇੰਦਰੀਆਂ ਨੇ
ਇਸ ਮਨੁੱਖ ਨੂੰ ਜਿੱਤ ਰੱਖਿਆ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਤੂੰ ਜੂਏ ਦੀ ਬਾਜੀ ਵਾਂਗੂ ਆਪਣਾ ਜੀਵਨ ਹਾਰ ਰਿਹਾ ਹੈ। ਇਹ ਕਾਮ ਇੰਦਰੀਆਂ ਨੇ ਤੈਨੂੰ ਵਸ ਵਿੱਚ ਕਰ ਰੱਖਿਆ ਹੈ, ਕਾਮ ਵਾਸਨਾ ਨੇ। ਹਾਰ ਜੁਆਰ ਜੂਆ ਵਿਦੇ ਇੰਦਰੀ ਵਸ ਲੈ ਜੇ ਤਨੋਂ, ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋਂ। ਹੇ ਜੀਵ, ਸਭ ਜੀਵਾਂ ਦੇ ਨਾਸ ਕਰਨ ਵਾਲੇ ਦੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿੱਚ ਟਿਕਣ ਤੋਂ ਤੂੰ ਸਖਣਾ ਹੈ। ਭਾਵ ਗੁਰੂ ਦੇ ਸ਼ਬਦ ਨਾਲ ਜੁੜ, ਉਸ ਤੋਂ ਤੂੰ ਸਖਣਾ, ਉਸ ਦੀ ਮੱਤ 'ਤੇ ਚੱਲ, ਉਸ ਕਾਲ ਪੁਰਖ ਦੀ। ਕਾਲ ਪੁਰਖ ਕੌਣ ਹੈ? ਉਸ ਦੀ ਬਾਣੀ। ਗੁਰੂ ਕੌਣ ਹੈ ਆਪਣਾ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਸ ਦੀ ਮੱਤ 'ਤੇ ਚੱਲਾਂਗੇ ਤਾਂ ਆਪਾਂ ਇਸ ਚੱਕਰ ਵਿੱਚੋਂ ਨਿਕਲ ਸਕਦੇ ਹਾਂ, ਭਾਵ ਸਾਗਰ ਸਮੁੰਦਰ ਪਾਰ ਕਰ ਸਕਦੇ ਹਾਂ, ਜਨਮ ਮਰਨ ਦੇ ਗੇੜ 'ਚੋਂ ਨਿਕਲ ਸਕਦੇ ਹਾਂ। ਨਾਨਕ ਉਧਰੈ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ। ਹੇ ਨਾਨਕ, ਜਿਹੜੇ ਮਨੁੱਖ ਸਾਧ ਸੰਗਤ ਵਿੱਚ ਜੁੜਦੇ ਹਨ ਉਹ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ। ਕਿਰਪਾ ਦੇ ਖਜ਼ਾਨੇ ਪਰਮਾਤਮਾ ਨੇ ਆਪਣੀ ਕਿਰਪਾ ਨਾਲ ਮੈਨੂੰ ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤ ਦਿੱਤੀ ਹੈ, ਭਾਵ ਆਪਣੇ ਨਾਮ ਦੀ ਆਪਣੀ ਬਾਣੀ ਨਾਲ ਜੋੜਿਆ ਹੈ। ਉਸ ਦਾ ਕੋਟਨ ਕੋਟਨ ਧੰਨਵਾਦ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਮੋਹੇ ਦਾਸਰੋ ਠਾਕੁਰ ਕੋ, ਪਾਲਣਹਾਰ ਪ੍ਰਭੂ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ। ਤਾਣ ਪ੍ਰਭ ਕਾ ਖਾਨਾ ਰਹਾਉ, ਮੈਂ ਉਸ ਪ੍ਰਭੂ ਦਾ ਬਖਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ। ਰਹਾਉ ਰੁਕ ਜਾਣਾ। ਐਸੋ ਹੈ ਰੇ ਖਸਮ ਹਮਾਰਾ, ਹੇ ਭਾਈ ਮੇਰਾ ਖਸਮ ਪ੍ਰਭੂ ਇਹੋ ਜਿਹਾ ਹੈ। ਖਿਣ ਮੈਂ ਸਾਜ ਸਵਾਰਨਹਾਰਾ, ਇੱਕ ਖਿਣ ਵਿੱਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਉਣ ਦੀ ਸਮਰੱਥਾ ਰੱਖਦਾ ਹੈ। ਕਾਮ ਕਰੀ ਜੇ ਠਾਕੁਰ ਭਾਵਾ, ਮੈਂ ਠਾਕੁਰ ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ। ਜੇ ਉਸ ਠਾਕੁਰ ਪ੍ਰਭੂ ਦੀ ਕਿਰਪਾ ਮੇਰੇ ਉੱਤੇ ਹੋਵੇ ਤਾਂ ਮੈਂ ਉਸ ਦਾ ਹੀ ਕੰਮ ਕਰਾਂ। ਗੀਤ ਚਰਿਤ ਪ੍ਰਭ ਕੈ ਗੁਣ ਗਾਵਾ, ਉਸ ਦੇ ਗੁਣ ਗਾਉਂਦਾ ਰਹਾਂ, ਉਸ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਾਂ। ਸਰਨ ਪਰਿਓ ਠਾਕੁਰ ਵਜ਼ੀਰਾ, ਮੈਂ ਉਸ ਠਾਕੁਰ ਪ੍ਰਭੂ ਦੇ ਵਜ਼ੀਰਾਂ ਸੰਤ ਜਨਾਂ ਦੀ ਸਰਨ ਆ ਪਿਆ ਰਹਾਂ। ਤਿੰਨ ਦੇਖ ਮੇਰਾ ਮਨ ਧੀਰਾ, ਉਹਨਾਂ ਦਾ ਦਰਸ਼ਨ ਕਰਕੇ ਮੇਰਾ ਮਨ ਨੂੰ ਵੀ ਹੌਸਲਾ ਬਣ ਰਿਹਾ ਹੈ ਕਿ ਮੈਂ ਉਸ ਮਾਲਕ ਦੀ ਸਿਫਤ ਸਲਾਹ ਕਰਾਂਗਾ। ਏਕ ਟੇਕ ਏਕੋ ਆਧਾਰਾ, ਠਾਕੁਰ ਦੇ ਵਜ਼ੀਰਾਂ ਦੀ ਸ਼ਰਨ ਪੈ ਕੇ ਮੈਂ ਇੱਕ ਪਰਮਾਤਮਾ ਨੂੰ ਹੀ ਆਪਣੇ ਜੀਵਨ ਦਾ ਓਟ ਤੇ ਆਸਰਾ ਬਣਾਇਆ ਹੈ। ਜਨ ਨਾਨਕ ਹਰ ਕੀ ਲਾਗਾ ਕਾਰਾ, ਤੇ ਹੇ ਦਾਸ ਨਾਨਕ ਪਰਮਾਤਮਾ ਦੀ ਸਿਫਤ ਸਲਾਹ ਦੀ ਕਾਰ ਵਿੱਚ ਲੱਗ ਪਿਆ ਹਾਂ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਹੈ ਕੋਈ ਐਸਾ ਹਉਮੈ ਤੋਰੈ, ਕਿਤਨੇ ਕੋਈ ਅਜਿਹੇ ਮਨੁੱਖ ਵੀ ਮਿਲ ਜਾਏਗਾ ਜੋ ਹਉਮੈ ਤੋੜ ਦੇਵੇ। ਕਿਤੇ ਕੋਈ ਅਜਿਹਾ ਮਨੁੱਖ ਵੀ ਮਿਲ ਸਕਦਾ ਹੈ ਜਾਂ ਮਿਲ ਜਾਏਗਾ ਜੋ ਸਾਡੀ ਹਉਮੈ ਨੂੰ ਤੋੜ ਦੇਵੇ। ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ, ਜੋ ਮੇਰੇ ਇਸ ਮਨ ਨੂੰ ਇਸ ਮਿੱਠੀ ਲੱਗਣ ਵਾਲੀ ਮਾਇਆ ਦੇ ਮੋਹ ਤੋਂ ਰੋਕ ਸਕੇ। ਰਹਾਉ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਕੋਈ ਇਹੋ ਜਿਹਾ ਇਨਸਾਨ ਹੈ ਜਿਹੜਾ ਇਸ ਨੂੰ ਰੋਕ ਸਕੇ ਜਾਂ ਹਉਮੈ ਨੂੰ ਤੋੜ ਸਕੇ ਜਾਂ ਮੋਹ ਦੀ ਮਾਇਆ ਨੂੰ ਰੋਕ ਸਕੇ। ਅਗਿਆਨੀ ਮਾਨੁਖ ਪਏ ਜੋ ਨਾਹੀ ਸੋ ਲੋਰੈ, ਇਸ ਮਿੱਠੀ ਦੇ ਅਸਰ ਹੇਠ ਮਨੁੱਖ ਆਪਣੀ ਅਕਲ ਗਵਾ ਬੈਠਦਾ ਹੈ, ਕਿਉਂਕਿ ਜਿਹੜੀ ਸਦਾ ਨਾਲ ਨਿਭਣ ਵਾਲੀ ਨਹੀਂ ਹੈ ਉਸ ਨੂੰ ਭਾਲਦਾ ਫਿਰਦਾ ਹੈ। ਰੈਣ ਅੰਧਾਰੀ ਕਾਰੀਆ, ਕਵਣ ਜੁਗਤ ਜਿਤ ਭੋਰੈ, ਮਨੁੱਖ ਦੇ ਮਨ ਵਿੱਚ ਮਾਇਆ ਦੇ ਮੋਹ ਦੀ ਕਾਲੀ ਹਨੇਰੀ ਰਾਤ ਪਈ ਹੋਈ ਹੈ। ਉਹ ਕਿਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ ਇਸ ਦੇ ਅੰਦਰ ਗਿਆਨ ਦਾ ਦਿਨ ਚੜ੍ਹ ਪਵੇ? ਇਹ ਵੀ ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਕਿਹੜੇ ਤਰੀਕੇ ਨਾਲ ਇਸ ਦੇ ਅੰਦਰ ਚਾਨਣ ਹੋ ਸਕੇ।
ਗਿਆਨ ਭਾਵ ਅਗਿਆਨਤਾ ਖਤਮ ਹੋਏ ਅਤੇ ਗਿਆਨ ਦਾ ਚਾਨਣ ਪੈਦਾ ਹੋ ਸਕੇ। ਇਹ ਕਿਹੜਾ ਤਰੀਕਾ ਗੁਰੂ ਸਾਹਿਬ ਜੀ ਦੱਸ ਰਹੇ? ਪਰਮ ਤੋਂ ਹਾਰਿਆ ਇਨਕ ਬਿਧੀ ਕਰ ਟੋਰੈ। ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਮੈਂ ਥੱਕ ਗਿਆ ਹਾਂ। ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਧ ਮੋਰੈ। ਹੇ ਨਾਨਕ, ਜਦੋਂ ਪ੍ਰਭੂ ਦੀ ਮੇਰੇ ਉੱਤੇ ਮਿਹਰ ਹੋਈ ਭਾਵ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਹੋਈ, ਹੁਣ ਸਾਧ ਸੰਗਤ ਨੇ ਮੇਰੇ ਵਾਸਤੇ ਉਹਨਾਂ ਸਾਰੇ ਗੁਣਾਂ ਦਾ ਖਜ਼ਾਨਾ ਹੈ ਜਿਨ੍ਹਾਂ ਦੀ ਬਰਕਤ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ। ਭਾਵ ਇਹ ਨਾਮ ਸਭ ਤੋਂ ਵੱਡੀ ਬਖਸ਼ਿਸ਼ ਗੁਰੂ ਸਾਹਿਬ ਦੀ ਇਹ ਹੈ ਕਿ ਉਸਨੇ ਮੈਨੂੰ ਆਪਣੇ ਨਾਮ ਨਾਲ ਜੋੜਿਆ ਹੈ, ਜਿਸ ਨਾਲ ਇਹ ਮਾਇਆ ਦੇ ਮੋਹ 'ਚੋਂ ਮੈਂ ਨਿਕਲ ਸਕਿਆ, ਰੁਕ ਸਕਿਆ, ਇਸ ਨੂੰ ਆਪਣੇ ਕੰਟਰੋਲ 'ਚ ਲਿਆ ਹੈ। ਭਾਵ 5 ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਆਪਣੇ ਵੱਸ ਵਿੱਚ ਕਰਨ ਲਈ ਉਹ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਨਜ਼ਰ ਬਖਸ਼ਿਸ਼ ਅਤੇ ਗੁਰੂ ਦੀ ਬਾਣੀ ਜਿਹੜੀ ਮੈਂ ਉਚਾਰ ਕੇ, ਜਿਸ ਦੀ ਸਮਝ ਨਾਲ ਗੁਰੂ ਸਾਹਿਬ ਦੀ ਮੱਤ 'ਤੇ ਚੱਲ ਕੇ ਮੈਂ ਇਸ ਨੂੰ ਕੰਟਰੋਲ 'ਚ ਕੀਤਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ? ਚਿੰਤਾ ਮਨ ਕਰਨਾ ਮਏ ਰਹਾਉ। ਹੇ ਤਰਸ ਰੂਪ ਪ੍ਰਭੂ, ਤੂੰ ਹੀ ਐਸਾ ਰਤਨ ਹੈ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ। ਭਾਵ ਚਿੱਤ ਦੀਆਂ ਕਾਮਨਾ ਸਾਰੀਆਂ ਪੂਰੀਆਂ ਕਰਨ ਵਾਲਾ ਵੀ ਤੂੰ ਹੀ ਪ੍ਰਭੂ ਹੈ। ਰਹਾਉ ਰੁਕ ਜਾਣਾ। ਦੀਨ ਦਿਆਲਾ ਪਾਰ ਬ੍ਰਹਮ। ਹੇ ਪਾਰ ਬ੍ਰਹਮ ਪ੍ਰਭੂ, ਤੂੰ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ। ਤੂੰ ਐਸਾ ਹੈ ਜਾ ਕੈ ਸਿਮਰਨ ਸੁਖ ਪਏ, ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਅਕਾਲ ਪੁਰਖ ਅਗਾਧ ਬੋਧ। ਹੇ ਅਕਾਲ ਪੁਰਖ, ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ। ਸੁਣਤ ਜਸੋ ਕੋਟ ਅਗ ਖਏ। ਤੇਰੀ ਸਿਫਤ ਸਲਾਹ ਸੁਣਦਿਆਂ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ। ਕਿਰਪਾ ਨਿਧ ਪ੍ਰਭ ਮਾਇਆ ਧਾਰ। ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਜਿਸ ਮਨੁੱਖ ਉੱਤੇ ਤੂੰ ਤਰਸ ਕਰਦਾ ਹੈ। ਨਾਨਕ ਹਰ ਹਰ ਨਾਮ ਲਏ। ਇਹ ਨਾਨਕ ਤੇਰਾ ਪ੍ਰਭੂ ਦਾ ਹਰ ਨਾਮ ਸਿਮਰਦਾ ਹੈ। ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਪੂਰਬੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਮੇਰੇ ਮਨ ਸਰਨ ਪ੍ਰਭੂ ਸੁਖ ਪਾਏ। ਹੇ ਮੇਰੇ ਮਨ, ਜਿਹੜੇ ਮਨੁੱਖ ਪ੍ਰਭੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਆਨੰਦ ਮਾਣਦਾ ਹੈ। ਜਾ ਦਿਨ ਬਿਸਰੈ ਪ੍ਰਾਣ ਸੁਖ ਦਾਤਾ, ਸੋ ਦਿਨ ਜਾਤ ਅਜਾਏ ਰਹਾਉ। ਜਿਸ ਦਿਨ ਜਿੰਦ ਦਾ ਦਾਤਾ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਜੀਵ ਨੂੰ ਵਿਸਰ ਜਾਂਦਾ ਹੈ, ਭਾਵ ਭੁੱਲ ਜਾਂਦਾ ਹੈ, ਉਸ ਦਾ ਉਹ ਦਿਨ ਵਿਅਰਥ ਚਲਾ ਜਾਂਦਾ ਹੈ। ਰਹਾਉ ਰੁਕ ਜਾਣਾ, ਠਹਿਰ ਜਾਣਾ। ਏਕ ਰਹਿਨ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਤੁਸੀਂ ਇੱਕ ਰਾਤ ਕਿਤੇ ਸਫ਼ਰ ਵਿੱਚ ਗੁਜ਼ਾਰਨ ਵਾਲੇ ਪ੍ਰਾਹੁਣੇ ਵਾਂਗ ਜਗਤ ਵਿੱਚ ਆਏ ਹੋ, ਪਰ ਇੱਥੇ ਕਈ ਯੁੱਗ ਜਿਉਂਦੇ ਰਹਿਣ ਦੀਆਂ ਆਸਾਂ ਬੰਨ੍ਹ ਰਹੇ ਹੋ। ਭਾਵ ਤੁਸੀਂ ਮੁਸਾਫਰ ਵਾਂਗੂ ਇੱਥੇ ਰਾਤ ਗੁਜ਼ਾਰਨ ਆਏ ਹੋ, ਪ੍ਰਾਹੁਣੇ ਬਣ ਕੇ ਆਏ ਹੋ, ਪ੍ਰਾਹੁਣਿਆਂ ਵਾਂਗੂ, ਪਰ ਤੁਸੀਂ ਆਸਾਂ ਬੰਨ੍ਹ ਕੇ ਬੈਠੇ ਹੋ ਸਦਾ ਲਈ ਜੀਉਣ ਦੀਆਂ। ਗਿਰਹ ਮੰਦਰ ਸੰਪੈ ਜੋ ਦਿਸੈ, ਜੋ ਤਰਵਰ ਕੀ ਛਾਏ। ਇਹ ਘਰ ਮਹਿਲ ਤਨ ਪਦਾਰਥ ਜੋ ਕੁਝ ਦਿਸ ਰਿਹਾ ਹੈ, ਇਹ ਸਭ ਰੁੱਖਾਂ ਦੀ ਛਾਂ ਵਾਂਗ ਹੈ, ਸਦਾ ਸਾਥ ਨਹੀਂ ਨਿਭਾਉਂਦਾ ਹੈ। ਤਨ ਮੇਰਾ ਸੰਪੈ ਸਭ ਮੇਰੀ, ਬਾਗ ਮਿਲਖ ਸਭ ਜਾਏ। ਇਹ ਸਰੀਰ ਮੇਰਾ, ਇਹ ਧਨ ਪਦਾਰਥ ਸਾਰਾ ਮੇਰਾ ਹੈ। ਇਹ ਬਾਗ ਮੇਰੇ ਹਨ, ਇਹ ਜ਼ਮੀਨਾਂ ਮੇਰੀਆਂ ਹਨ, ਇਹ ਸਾਰੇ ਥਾਂ ਮੇਰੇ ਹਨ। ਤੇ ਮਨਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ। ਇਸ ਮਮਤਾ ਵਿੱਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ।
ਤੇ ਇਹ ਸਾਰੇ ਹੀ ਪਦਾਰਥ ਇੱਕ ਖਿਣ ਵਿੱਚ ਓਪਰੇ ਹੋ ਜਾਂਦੇ ਹਨ। ਇਸ ਤਰ੍ਹਾਂ ਆਖਰ ਖਾਲੀ ਹੱਥ ਤੁਰ ਪੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 213 ਅੰਗ 'ਤੇ ਜਾ ਰਹੇ ਹਾਂ। ਇਸ 'ਤੇ ਗੁਰੂ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਨੇ? ਪਹਿਰੇ ਬਾਗਾ ਕਰ ਇਸਨਾਨਾ, ਚੋਆ ਚੰਦਨ ਲਾਏ। ਨੁੱਖ ਨਹਾਣ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ। ਅਤਰ ਤੇ ਚੰਦਨ ਆਦਿ ਸਰੀਰ ਨੂੰ ਕੱਪੜਿਆਂ ਨੂੰ ਲਾਉਂਦਾ ਹੈ। ਅਤਰ ਭਾਵ ਸੈਂਟ ਵਗੈਰਾ ਖੁਸ਼ਬੂਦਾਰ ਚੀਜ਼ਾਂ ਲਗਾਉਂਦਾ ਹੈ। ਨਿਰਭਉ ਨਿਰੰਕਾਰ ਨਹੀਂ ਚੀਨਿਆ, ਜਿਉ ਹਸਤੀ ਨਵਾਏ। ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ ਪਛਾਣ ਨਹੀਂ ਪਾਉਂਦਾ ਤਾਂ ਇਹ ਸਭ ਉਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵਾਉਂਦਾ ਹੈ ਅਤੇ ਨਹਾਉਣ ਪਿੱਛੋਂ ਆਪਣੇ ਉੱਤੇ ਘੱਟਾ ਮਿੱਟੀ ਪਾ ਲੈਂਦਾ ਹੈ। ਜੋ ਹੋਏ ਕਿਰਪਾਲ ਤੈ, ਸਤਿਗੁਰ ਮਿਲੈ ਸਭ ਸੁਖ ਹਰਿ ਕੈ ਨਾਏ। ਪਰ ਜੀਵ ਦੇ ਕੀ ਵੱਸ ਹੈ? ਗੁਰੂ ਸਾਹਿਬ ਜੀ ਪ੍ਰਸ਼ਨ ਕਰ ਰਹੇ ਨੇ ਕਿ ਜੀਵ ਦੇ ਵੱਸ ਕੁਛ ਨਹੀਂ ਹੈ। ਜਦੋਂ ਪਰਮਾਤਮਾ ਕਿਸੇ ਉੱਤੇ ਦਇਆਵਾਨ ਹੁੰਦਾ ਹੈ ਤਦ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ। ਹਰ ਨਾਮ ਵਿੱਚ ਹੀ ਸਾਰੇ ਹੀ ਸੁੱਖ ਹਨ। ਮੁਕਤ ਪਿਆ ਬੰਧਨ ਗੁਰ ਖੋਲ੍ਹੈ, ਜਨ ਨਾਨਕ ਹਰਿ ਗੁਣ ਗਾਏ। ਹੇ ਨਾਨਕ, ਜਿਸ ਮਨੁੱਖ ਦੇ ਮਾਇਆ ਦੇ ਮੋਹ ਦੇ ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਗੁਰ 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 ਸਦਾ ਕਰੀਐ। ਹੇ ਮੇਰੇ ਮਨ, ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ। ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲਿਹਾਰੀਐ ਰਹਾਉ। ਗੁਰੂ ਦੇ ਦਰਸ਼ਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ ਹੀ ਜੀਵਨ ਦੇ ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ। ਰਹਾਉ। ਜੇਤੇ ਸਾਸ ਗਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈਐ। ਜੀਵ ਜਿਤਨੇ ਵੀ ਸਾਹ ਲੈਂਦਾ ਹੈ, ਜਿਤਨੀਆਂ ਹੀ ਗਰਾਹੀਆਂ ਖਾਂਦਾ ਹੈ, ਹਰੇਕ ਸਾਹ ਅਤੇ ਹਰੇਕ ਗਰਾਹੀ ਦੇ ਨਾਲ ਉਤਨੇ ਹੀ ਪਰਮਾਤਮਾ ਦੇ ਗੁਣ ਗਾਉਂਦਾ ਰਹੇ। ਜੋ ਹੋਏ ਦਇਆਲ ਸਤਿਗੁਰ, ਆਪਣਾ ਤਾਂ ਇਹ ਮਤ ਬੁੱਧ ਪਾਈਐ। ਪਰ ਇਹ ਅਕਲ ਇਹ ਮਤ ਤਦ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਏ। ਮੇਰੇ ਮਨ ਨਾਮ ਲਏ ਜਮ ਬੰਧ ਤੈ, ਛੂਟੇ ਸਰਬ ਸੁਖਾਂ ਸੁਖ ਪਾਈਐ। ਹੇ ਮੇਰੇ ਮਨ, ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇ ਤਾਂ ਜਾਮਾਂ ਦੇ ਬੰਧਨਾਂ ਤੋਂ ਖਲਾਸੀ ਪਾ ਲਏਗਾ। ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਗਾ ਜੋ ਜਮ ਦੇ ਵਸ ਪਾਉਂਦੇ ਹਨ, ਜੋ ਆਤਮਿਕ ਮੌਤ ਲਿਆ ਦਿੰਦੇ ਹਨ। ਅਤੇ ਨਾਮ ਸਿਮਰਿਆਂ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਆਤਮਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੇਵ ਸੁਆਮੀ ਸਤਿਗੁਰ ਦਾਤਾ, ਮਨ ਬੰਛਤ ਫਲ ਆਈਐ। ਮਾਲਕ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰਕੇ ਮਨ ਇੱਛਤ ਫਲ ਹੱਥ ਆ ਜਾਂਦੇ ਹਨ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੇ ਚਾਲੈ। ਹੇ ਮੇਰੇ ਮਨ, ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ, ਮਿੱਤਰ ਹੈ, ਪੁੱਤਰ ਹੈ। ਹੇ ਮਨ, ਇਹ ਨਾਮ ਹੀ ਹਰ ਵੇਲੇ ਤੇਰਾ ਸਾਥ ਕਰਦਾ ਹੈ। ਕਰ ਸੇਵਾ ਸਤਿਗੁਰ ਆਪਣੇ, ਕੀ ਗੁਰ ਤੇ ਪਾਈਐ ਪਾਲੈ। ਹੇ ਮਨ, ਆਪਣੇ ਸਤਿਗੁਰ ਦੀ ਸ਼ਰਨ ਪਾਓ। ਕਰਤਾਰ ਦਾ ਨਾਮ ਸਤਿਗੁਰ ਤੋਂ ਹੀ ਮਿਲਦਾ ਹੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਨਸੇ ਸਰਬ ਅੰਦੇਸਾ। ਇਸ ਮਨੁੱਖ ਉੱਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਦੇ ਮਿਹਰ ਕੀਤੀ ਹੈ। ਉਸ ਦੇ ਸਾਰੇ ਚਿੰਤਾ ਫਿਕਰ ਮਿਟ ਗਏ ਹਨ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਹੇ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿੱਚ ਆਨੰਦ ਮਾਣਿਆ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਗਏ ਹਨ। ਰਾਗ ਗੌੜੀ ਮਹੱਲਾ ਪੰਜਵਾਂ। ਰਾਗ ਗੌੜੀ
ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਤੇ ਉਹ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਤ੍ਰਿਸ਼ਨਾ ਬਿਰਲੇ ਕੀ ਬੂਝੀ ਹੈ। ਰਹਾਉ। ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਰਹਾਉ। ਕੋਟ ਜੋਰੈ ਲੱਖ ਕਰੋੜੈ ਮਨ ਨਾ ਹੋਰੈ। ਸਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ ਕਰੋੜਾਂ ਰੁਪਏ ਕਮਾਉਂਦਾ ਹੈ, ਲੱਖਾਂ ਰੁਪਏ ਇਕੱਠੇ ਕਰਦਾ ਹੈ, ਫਿਰ ਵੀ ਮਾਇਆ ਦੇ ਲਾਲਚ ਵੱਲੋਂ ਆਪਣੇ ਮਨ ਨੂੰ ਰੋਕ ਨਹੀਂ ਸਕਦਾ। ਪਰੇ ਪਰੇ ਹੀ ਕੋ ਲੂਜੀ ਹੈ। ਸਗੋਂ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ। ਮਨੁੱਖ ਆਪਣੀ ਸੁੰਦਰ ਇਸਤਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ ਪਿਆਰ ਕਰਦਾ ਹੈ, ਫਿਰ ਵੀ ਪਰ ਇਸਤਰੀ ਸੰਗ ਦਾ ਮੰਦ ਕਰਮ ਕਰਦਾ ਹੈ। ਬੁਰਾ ਭਲਾ ਨਹੀਂ ਸੂਝੀ ਹੈ। ਕਾਮ ਵਾਸਨਾ ਵਿੱਚ ਅੰਨੇ ਹੋਏ ਨੂੰ ਇਹ ਨਹੀਂ ਸੂਝਦਾ ਕਿ ਭੈੜਾ ਕਰਮ ਕਿਹੜਾ ਹੈ ਤੇ ਚੰਗਾ ਕਰਮ ਕਿਹੜਾ ਹੈ। ਇਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਾਹੀ ਗਾਇਆ। ਮਾਇਆ ਦੇ ਮੋਹ ਦੇ ਅਨੇਕਾਂ ਬੰਧਨਾਂ ਵਿੱਚ ਬੱਝਾ ਹੋਇਆ ਮਨੁੱਖ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਮਾਇਆ ਇਸ ਨੂੰ ਖੁਆਰ ਕਰਦੀ ਹੈ। ਮਾਇਆ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦਾ। ਮਨ ਵਿਖੇ ਹੀ ਮੈਂ ਲੂਜੀ ਹੈ। ਮਨੁੱਖਾਂ ਦੇ ਮਨ ਵਿਸ਼ਿਆਂ ਦੇ ਅੱਗ ਵਿੱਚ ਸੜਦੇ ਰਹਿੰਦੇ ਹਨ। ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ। ਹੇ ਭਾਈ, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ ਉਹੀ ਮਨੁੱਖ ਦੁਨੀਆ ਦੀ ਕਿਰਤਕਾਰ ਕਰਦੇ ਹੋਇਆ ਵੀ ਮਾਇਆ ਦੇ ਮੋਹ ਵਿੱਚ ਵੱਲੋਂ ਅਛੋਹ ਰਹਿੰਦਾ ਹੈ, ਭਾਵ ਨਿਰਲੇਪ ਰਹਿੰਦਾ ਹੈ, ਤੇ ਸਾਧ ਸੰਗਤ ਵਿੱਚ ਰਹਿ ਕੇ ਮਾਇਆ ਦੀ ਘੁੰਮਣ ਘੇਰੀ ਤੋਂ ਪਾਰ ਲੰਘ ਜਾਂਦਾ ਹੈ। ਨਾਨਕ ਸੋ ਜਨ ਦਰ ਹਰ ਸਿੱਜੀ ਹੈ। ਹੇ ਨਾਨਕ, ਉਹ ਮਨੁੱਖ ਪਰਮਾਤਮਾ ਦੇ ਦਰ 'ਤੇ ਕਾਮਯਾਬ ਗਿਣਿਆ ਜਾਂਦਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਸਭੂ ਕੋ ਰਸ ਹਰ ਹੋ ਰਹਾਉ। ਹੇ ਭਾਈ, ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ। ਰਹਾਉ। ਰੁਕ ਜਾਣਾ। ਕਾਹੂੰ ਜੋਗ ਕਾਹੂੰ ਭੋਗ ਕਾਹੂੰ ਗਿਆਨ ਕਾਹੂੰ ਧਿਆਨ। ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਕਿਸੇ ਮਨੁੱਖ ਨੂੰ ਯੋਗ ਕਮਾਉਣ ਦਾ ਸ਼ੌਂਕ ਪੈ ਗਿਆ ਹੈ। ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ, ਕਿਸੇ ਨੂੰ ਗਿਆਨ ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ। ਕਾਹੂੰ ਹੋ ਡੰਡ ਧਰ ਹੋ ਤੇ ਕਿਸੇ ਨੂੰ ਡੰਡਾ ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ। ਕਾਹੂੰ ਜਾਪ ਕਾਹੂੰ ਤਾਪ ਕਾਹੂੰ ਪੂਜਾ ਹੋਮ ਨੇਮ। ਪਰਮਾਤਮਾ ਦਾ ਨਾਮ ਛੱਡ ਕੇ ਕਿਸੇ ਨੂੰ ਦੇਵੀ ਦੇਵਤਿਆਂ ਦੇ ਵਸ ਕਰਨ ਦੇ ਜਾਪ ਪਸੰਦ ਰਹੇ ਹਨ। ਕਿਸੇ ਨੂੰ ਧੂਣੀਆਂ ਤਪਾਉਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿਤ ਦੀ ਕਾਰ ਪਸੰਦ ਹੈ। ਕਾਹੂੰ ਹੋ ਗਾਉਣ ਕਰ ਹੋ ਤੇ ਕਿਸੇ ਨੂੰ ਰਮਤਾ ਸਾਧੂ ਬਣ ਕੇ ਧਰਤੀ ਉੱਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ। ਕਾਹੂੰ ਤੀਰ ਕਾਹੂੰ ਨੀਰ ਕਾਹੂੰ ਵੇਦ ਵਿਚਾਰ। ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ ਇਸ਼ਨਾਨ ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਨਾਨਕ ਭਗਤ ਪਿਰੈ ਹੋ। ਪਰ ਹੇ ਨਾਨਕ, ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਗੁਣ ਕੀਰਤ ਨਿਧ ਮੋਰੀ ਰਹਾਉ।
हे प्रभु तेरे गुणां दी वडियाई करनी ही मेरे वास्ते दुनिया दे सारे पदार्थां दा खजाना है। रहाओ रुक जाना। तू ही रस तू ही जस तू ही रूप तू ही रंग। हे प्रभु तू ही मेरे वास्ते दुनिया दे पदार्थां दे स्वाद हैं। तू ही मेरे वास्ते दुनिया दियां वडियाइयां हैं। तू ही मेरे वास्ते जगत दे सोहणे रूप ते रंग तमाशे हैं। आस ओट प्रभ तोरी। हे प्रभु मैनू तेरी ओट है, तेरी ही आस है। तू ही मान तू ही धान तू ही पत तू ही प्राण। हे प्रभु तू ही मेरा मान आदर है, तू ही मेरा धन है, तू ही मेरी इज्जत है, तू ही मेरी जिंद दा सहारा है। गुर टूटी लै जोरी। मेरी टुटी हुई सुरत नूं गुरु ने तेरे नाल जोड़ दिता है। तू ही गृह तू ही बन तू ही गाओ तू ही सुन। हे प्रभु तू ही मैनू घर विच दिस रहा है, तू ही मैनू जंगल विच दिस रहा है, तू ही मैनू वसों विच दिस रहा है ते तू ही मैनू उजाड़ विच दिस रहा है। गुरु प्यारी साध संगत जी हुण आपां धन धन श्री गुरु ग्रंथ साहिब जी महाराज दे 214 अंग ते जा रहे हैं। इस विच गुरु साहिब जी आपां नूं की समझा रहे ने, है नानक नेर नेरी। हे नानक प्रभु हरेक जीव दे अत नेड़े वसदा है। गौड़ी महला पंजवां। गौड़ी बाणी विच गुरु अर्जन देव जी महाराज आपां नूं अगे की समझा रहे हैं। मातो हर रंग मातो रहाओ। हे जोगी मैं भी मत वाला हाँ, पर मैं तां परमात्मा दे प्रेम शराब नाल मत वाला हो रहा हाँ। भाव परमात्मा की मत गुरु के शब्द नाल आ रही है। ये सारी मत गुरु साहब की है। गुरु की मत ते चल के ये ज्ञान आ रहा है, गुरु के शब्द नाल जुड़ के। सब अकाल पुरख गुरु साहब की बख्शिश है, नानक साहब जी की नदर है, तो ये वडियाई विचार हो रहा है गुरु साहब का, तो अपने ज्ञान च वाधा हो रहा गुरु साहब जी की किरपा नाल दिन ब दिन। ओही पियो ओही खियो गुर है दियो दान कियो। हे जोगी मैं ओ नाम मद ही पीता है, ओ नाम मद पी के ही मैं खीवा हो रहा हाँ। हुण गुरु ने मैनू ये नाम मद दिता है, मैनू ये दात दिती है। भावे सब गुरु साहब की बख्शिश है, अकाल पुरख की बख्शिश है, गुरु नानक साहब जी की बख्शिश है। उसने अपने शब्द नाल जोड़िया, उही अपने कोलों विचार करा रहा है। ओहाहू स्यों मन रातो। हुण उसे दे नाम मद नाल ही मेरा मन रत्ता होया है। ओही पाठी ओही पोचा ओही प्यारो ओही रूचा। हे जोगी परमात्मा का नाम ही शराब कढ़न वाली भट्ठी है। ओही नाम ही शराब निकलन वाली नाल उत्ते ठंडक अपड़ाण वाला पोचा है। प्रभु का नाम ही मेरे वास्ते प्याला है अते नाम मद ही मेरी लगन है। मन एहो सुख जातो। हे जोगी मैं अपने मन विच ओही नाम मद का आनंद मान रहा हाँ। सहज केल आनंद के हेल रहे फेर पए मेल। हे नानक जिस मनुख का मन गुरु के शब्द विच परोया जाता है, नानक गुर शब्द परातो, ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ। ਉਸ ਦਾ ਪ੍ਰਭੂ ਚਰਨਾਂ ਨਾਲ ਮਿਲਾਪ ਹੋ ਜਾਂਦਾ ਹੈ ਅਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਅੱਗੇ ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ। ਰਾਗ ਗੌੜੀ ਮਾਲਵਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਉਹ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਹਰ ਨਾਮ ਲਿਹੋ ਮੀਤਾ ਲਿਹੋ ਆਗੈ ਬਿਖਮ ਪੰਥ ਭਿਆਨ ਰਹਾਓ।
हे ਮਿੱਤਰ ਪਰਮਾਤਮਾ ਦਾ ਨਾਮ ਸਿਮਰ ਨਾਮ ਸਿਮਰ। ਜਿਸ ਜੀਵਨ ਪੰਥ ਉੱਤੇ ਤੂੰ ਤੁਰ ਰਿਹਾ ਹੈ ਉਹ ਰਸਤਾ ਵਿਕਾਰਾਂ ਦੇ ਹੱਲਿਆਂ ਦੇ ਕਾਰਨ ਅੱਖੋਂ ਔਖਾ ਹੈ ਤੇ ਡਰਾਵਨਾ ਹੈ। ਰਹਾਉ ਰੁਕ ਜਾਣਾ ਠਹਿਰ ਜਾਣਾ। ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ। ਹੇ ਮਿੱਤਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੋ। ਮੌਤ ਹਰ ਵੇਲੇ ਤੇਰੇ ਨਾਲ ਵਸਦੀ ਹੈ। ਕਰ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮਜਾਲ। ਗੁਰੂ ਦੀ ਸੇਵਾ ਕਰ ਗੁਰੂ ਦੀ ਸ਼ਰਨ ਪਓ। ਗੁਰੂ ਦੀ ਸ਼ਰਨ ਪਿਆ ਉਹ ਮੋਹ ਜਾਲ ਕੱਟਿਆ ਜਾਂਦਾ ਹੈ ਜੋ ਆਤਮਿਕ ਮੌਤ ਵਿੱਚ ਫਸਾ ਦਿੰਦਾ ਹੈ। ਹਉਮ ਜਗਤ ਤੀਰਥ ਕੀਐ ਵਿੱਚ ਹਉਮੈ ਬੱਧੈ ਬੇਕਾਰ। ਹੇ ਮਿੱਤਰ ਪਰਮਾਤਮਾ ਦਾ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰਾ ਹਵਨ ਕੀਤੇ ਹਨ, ਜੱਗ ਕੀਤੇ ਹਨ, ਤੀਰਥ ਇਸ਼ਨਾਨ ਕੀਤੇ ਹਨ, ਉਹ ਇਹਨਾਂ ਕੀਤੇ ਕਰਮਾਂ ਦੀ ਹਉਮੈ ਵਿੱਚ ਫਸਦੇ ਹਨ ਤੇ ਉਹਨਾਂ ਦੇ ਅੰਦਰ ਵਿਕਾਰ ਵੱਧ ਗਏ ਹਨ। ਨਰਕ ਸੁਰਗ ਦੋਏ ਪੁੰਚਾ ਨਾ ਪੁੰਚਨਾ ਹੋਏ ਬਹੁਰ ਬਹੁਰ ਅਵਤਾਰ। ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ ਤੇ ਮੁੜ ਮੁੜ ਜਨਮਾਂ ਦੇ ਚੱਕਰ ਚੱਲਦਾ ਰਹਿੰਦਾ ਹੈ। ਜਨਮ ਮਰਨ ਦੇ ਗੇੜ 'ਚ ਫਸਿਆ ਰਹਿੰਦਾ ਹੈ ਬੰਦਾ। ਸ਼ਿਵਪੁਰੀ ਬ੍ਰਹਮ ਇੰਦਰ ਪੁਰੀ ਨਿਸ਼ਚਲ ਕੋ ਥਾਓ ਨਾਹੇ। ਹੇ ਮਿੱਤਰ ਹਵਨ ਜਗ ਤੀਰਥ ਇਸ਼ਨਾਨ ਆਦਿਕ ਕਰਮ ਕਰਕੇ ਲੋਕ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਆਦਿਕ ਦੀ ਪ੍ਰਾਪਤੀਆਂ ਦੀਆਂ ਆਸਾਂ ਬਣਾਉਂਦੇ ਹਨ। ਪਰ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਇਹਨਾਂ ਵਿੱਚੋਂ ਕੋਈ ਵੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ। ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤ ਆਵੈ ਜਾਏ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਕਿਤੇ ਆਤਮਿਕ ਆਨੰਦ ਵੀ ਨਹੀਂ ਮਿਲਦਾ। ਹੇ ਭਾਈ ਪਰਮਾਤਮਾ ਨਾਲੋਂ ਵਿਛੜੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ, ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ। ਜਿਸ ਤਰ੍ਹਾਂ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਉਸੇ ਤਰ੍ਹਾਂ ਉੱਚੀ ਬੋਲ ਬੋਲ ਕੇ ਦੱਸ ਦਿੱਤਾ ਹੈ। ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ। ਹੇ ਨਾਨਕ ਆਖਦਾ ਹੈ ਕਿ ਹੇ ਮੇਰੇ ਮਨ ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੋ। ਕੀਰਤਨ ਦੀ ਬਰਕਤ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ ਬਚਾਅ ਹੋ ਜਾਏਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਰਾਗ ਗੌੜੀ ਮਹੱਲਾ ਪੰਜਵਾਂ। ਰਾਗ ਗੌੜੀ ਮਹੱਲਾ ਮਾਲਾ। ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਰਾਗ ਗੌੜੀ ਮਾਲਾ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਤੇ ਉਹ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਪਾਇਓ ਬਾਲ ਬੁੱਧ ਸੁਖ ਰੇ। ਹੇ ਭਾਈ ਜਿਸ ਨੇ ਵੀ ਸੁਖ ਆਨੰਦ ਲੱਭਾ ਬਾਲਕਾਂ ਵਾਲੀ ਅਕਲ ਨਾਲ ਹੀ ਸੁੱਖ ਆਨੰਦ ਲੱਭਾ ਹੈ। ਭਾਵ ਬੱਚਿਆਂ ਵਾਲੀ ਅਕਲ ਨਾਲ ਹੀ ਸੁੱਖ ਆਨੰਦ ਲੱਭਿਆ ਹੈ ਜਿੰਨਾ ਵੀ ਲੱਭਿਆ ਹੈ। ਗੁਰੂ ਸਾਹਿਬ ਜੀ ਸਮਝਾ ਰਹੇ ਹਨ। ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਉ। ਗੁਰੂ ਨੂੰ ਮਿਲਿਆ ਬਾਲ ਬੁੱਧ ਪ੍ਰਾਪਤ ਹੋ ਜਾਂਦੀ ਹੈ ਤੇ ਖੁਸ਼ੀ ਗਮੀ ਘਾਟਾ ਮੌਤ ਦੁੱਖ ਸੁੱਖ ਇਹ ਸਾਰੇ ਚਿੱਤ ਵਿੱਚ ਇੱਕੋ ਜਿਹੇ ਪ੍ਰਤੀਤ ਹੋਣ ਲੱਗ ਪੈਂਦੇ ਹਨ। ਰਹਾਉ ਜੋ ਲੋ ਹੋ ਕਿਛ ਸੋਚੋ ਚਿਤਵੋ ਤੋ ਲੋ ਦੁਖਣ ਭਰੈ। ਜਦ ਤੱਕ ਮੈਂ ਆਪਣੀ ਚਤਰਾਈ ਦੀਆਂ ਕੁਝ ਸੋਚਾਂ ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤੱਕ ਮੈਂ ਦੁੱਖ ਨਾਲ ਭਰਿਆ ਰਿਹਾ ਹਾਂ। ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋਂ ਆਨੰਦ ਸਹਿਜੇ। ਜਦੋਂ ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਤਦ ਮੈਂ ਆਤਮਿਕ ਅਡੋਲਤਾ ਵਿੱਚ ਆਨੰਦ ਮਾਣ ਰਿਹਾ ਹਾਂ। ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ। ਮੈਂ ਜਿਤਨੀ ਵੀ ਚਤਰਾਈ ਦੇ ਕੰਮ ਕਰਦਾ ਰਿਹਾ ਹਾਂ ਉਤਨੇ ਹੀ ਮੈਨੂੰ ਮਾਇਆ ਦੇ ਮੋਹ ਵਿੱਚ ਬੰਧਨ ਪੈਂਦੇ ਰਹੇ।
ਜਿੰਨੀ ਮੈਂ ਆਪਦੀ ਚਤੁਰਾਈ ਨਾਲ ਸਿਆਣਪ ਨਾਲ ਕੰਮ ਕਰਦਾ ਰਿਹਾ, ਸਾਰੇ ਕੰਮ ਮੈਨੂੰ ਮਾਇਆ ਦੇ ਮੋਹ ਵਿੱਚ ਬੰਧਨ ਪੈਂਦੇ ਗਏ। ਸਾਰੇ ਬੰਧਨ ਮੈਨੂੰ ਉਸ ਆਪਣੀ ਸਿਆਣਪ ਚਤੁਰਾਈ ਨਾਲ ਹੀ ਪਏ ਨੇ। ਗੁਰੂ ਸਾਹਿਬ ਜੀ ਦੀ ਮੱਤ 'ਤੇ ਚੱਲਦਾ ਅਤੇ ਇਸ ਬੰਧਨਾਂ 'ਚ ਨਹੀਂ ਪੈਂਦਾ ਸੀ। ਜੋ ਸਾਧੂ ਕਰ ਮਸਤਕ ਧਰਿਓ, ਤਬ ਹਮ ਮੁਕਤ ਪਏ। ਜਦੋਂ ਹੁਣ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਹੈ, ਤਦ ਤੋਂ ਮੈਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਿਆ ਹਾਂ, ਭਾਵ ਆਜ਼ਾਦ ਹੋ ਗਿਆ ਮਾਇਆ ਦੇ ਮੋਹ 'ਚੋਂ। ਇਹ ਮਾਇਆ ਕੀ ਹੈ? ਸਾਰੀ ਜੋ ਦਿਸ ਰਹੀ ਹੈ ਮਾਇਆ। ਧੀਆਂ ਪੁੱਤਰ ਮਾਇਆ ਨੇ, ਪੈਸਾ ਤਾਂ ਮਾਇਆ ਹੈਗੀ ਹੈ। ਇਹ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦ ਸਭ ਮਾਇਆ 'ਚ ਆਉਂਦੇ ਆ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਦਰ ਨਾਲ ਹੀ ਇਹਨਾਂ ਤੋਂ ਖਲਾਸੀ ਮਿਲਦੀ ਹੈ, ਬੰਦਾ ਸੁਤੰਤਰ ਹੁੰਦਾ, ਆਜ਼ਾਦ ਹੁੰਦਾ ਹੈ। ਜੋ ਲੋ ਮੇਰੋ ਕਰਤੋ, ਤੋਲੋ ਬਿਖ ਘੇਰੈ। ਜਦ ਤੱਕ ਮੈਂ ਇਹ ਕਰਦਾ ਰਿਹਾ ਕਿ ਇਹ ਘਰ ਮੇਰਾ ਹੈ, ਇਹ ਧਨ ਮੇਰਾ ਹੈ, ਇਹ ਪੈਸਾ ਮੇਰਾ ਹੈ, ਇਹ ਪੁੱਤਰ ਆਦਿਕ ਸੰਬੰਧੀ ਮੇਰਾ ਹੈ, ਤਦ ਤੱਕ ਮੈਨੂੰ ਮਾਇਆ ਦੇ ਮੋਹ ਦੇ ਜ਼ਹਿਰ ਨੇ ਘੇਰੀ ਰੱਖਿਆ ਅਤੇ ਉਸ ਨੇ ਮੇਰੇ ਆਤਮਿਕ ਜੀਵਨ ਨੂੰ ਮਾਰ ਦਿੱਤਾ। ਮਨ ਤਨ ਬੁੱਧ ਅਰਪੀ ਠਾਕੁਰ ਕੋ, ਤਬ ਹਮ ਸਹਿਜ ਸੋਏ। ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਚਤੁਰਾਈ, ਆਪਣਾ ਮਨ, ਆਪਣਾ ਸਰੀਰ, ਹਰੇਕ ਗਿਆਨ ਇੰਦਰਾ ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ। ਤਦੋਂ ਮੈਂ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦਾ ਹਾਂ। ਜੋ ਲੋ ਪੋਟ ਉਠਾਈ ਚਲਿਓ, ਤੋਲੋ ਡਾਣ ਭਰੇ। ਜਦੋਂ ਤੱਕ ਮੈਂ ਮਾਇਆ ਦੇ ਮੋਹ ਦੀ ਪੋਟਲੀ ਸਿਰ ਉੱਤੇ ਚੁੱਕ ਕੇ ਤੁਰਦਾ ਰਿਹਾ, ਤਦ ਤੱਕ ਮੈਂ ਦੁਨੀਆ ਦੇ ਡਰ ਸਹਿਮਾਂ ਦਾ ਭੰਨ ਭਰਦਾ ਰਿਹਾ, ਭਾਵ ਦੁਨੀਆ ਦੇ ਡਰ ਸਹਿਮ ਮੈਨੂੰ ਚਿੰਬੜੇ ਰਹੇ। ਜਦੋਂ ਤੱਕ ਮੈਂ ਉਹ ਪੋਟਲੀ ਮਾਇਆ ਦੀ ਚੱਕ ਕੇ, ਇਹ ਮਾਇਆ ਮੋਹ ਜਿਹੜਾ ਆਪਣੇ ਸਿਰ ਢੋਂਦਾ ਰਿਹਾ ਪੋਟਲੀ। ਪੋਟ ਡਾਰ ਗੁਰ ਪੂਰਾ ਮਿਲਿਆ, ਤੋ ਨਾਨਕ ਨਿਰਭੈ। ਹੇ ਨਾਨਕ, ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ। ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ, ਭਾਵ ਡਰ ਤੋਂ ਰਹਿਤ ਹੋ ਗਿਆ ਹਾਂ। ਹੁਣ ਮੈਨੂੰ ਕਿਸੇ ਗੱਲ ਦਾ ਡਰ ਨਹੀਂ। ਇਹ ਡਰ ਜਿਹੜਾ ਮਾਇਆ ਮੋਹ ਵਾਲਾ, ਪੁੱਤਰ ਧੀਆਂ ਵਾਲਾ, ਪੈਸਿਆਂ ਦਾ ਡਰ, ਇਹ ਸਾਰੀ ਜ਼ਮੀਨਾਂ ਜਾਇਦਾਦਾਂ ਹੁਣ ਟੈਨਸ਼ਨ ਫਰੀ ਕਰਤਾ ਗੁਰੂ ਸਾਹਿਬ ਨੇ। ਉਸ ਦੀ ਕਿਰਪਾ ਨਾਲ ਹੀ ਸਾਰਾ ਕੁਛ ਹੋਇਆ। ਵਾਹਿਗੁਰੂ ਸਾਹਿਬ ਜੀ ਮਿਹਰ ਕਰਨ ਸਭਨਾਂ 'ਤੇ, ਸਭਨਾਂ ਨੂੰ ਡਰ ਤੋਂ ਮੁਕਤ ਕਰਨ, ਸੁਤੰਤਰ ਕਰਨ। ਗੌੜੀ ਮਹੱਲਾ ਪੰਜਵਾਂ। ਗੌੜੀ ਮਾਲਾ ਮਹੱਲਾ ਪੰਜਵਾਂ। ਗੌੜੀ ਮਾਲਾ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ? ਭਾਵਨ ਤਿਆਗੋ ਰੀ ਤਿਆਗੋ, ਹੇ ਭੈਣ, ਗੁਰੂ ਨੂੰ ਮਿਲ ਕੇ ਸੁੱਖਾਂ ਦੇ ਗ੍ਰਹਿਣ ਕਰਨ ਅਤੇ ਦੁੱਖਾਂ ਤੋਂ ਡਰਨ ਦਾ ਸੰਕਲਪ ਛੱਡ ਦਿੱਤਾ ਹੈ। ਜਦੋਂ ਤੋਂ ਗੁਰੂ ਸਾਹਿਬ ਮਿਲੇ ਨੇ, ਤਦ ਤੋਂ ਦੁੱਖਾਂ ਨੂੰ ਤਿਆਗ ਦਿੱਤਾ ਹੈ, ਉਹਨਾਂ ਦੇ ਡਰ ਖਤਮ ਹੋ ਗਏ ਨੇ। ਭਾਵ ਗੁਰੂ ਨੂੰ ਮਿਲ ਕੇ ਸੁੱਖਾਂ ਨੂੰ ਗ੍ਰਹਿਣ ਕਰ ਲਿਆ ਹੈ। ਜਿਹੜੇ ਸੁੱਖ ਸੀ ਉਹ ਗੁਰੂ ਸਾਹਿਬ ਨੇ ਪ੍ਰਵੇਸ਼ ਕਰ ਦਿੱਤੇ ਅਤੇ ਦੁੱਖਾਂ ਤੋਂ ਡਰਨ ਦਾ ਸੰਕਲਪ ਛੱਡ ਦਿੱਤਾ ਹੈ। ਤਿਆਗੋ ਮੈਂ ਗੁਰ ਮਿਲੇ ਤਿਆਗੋ, ਸਦਾ ਲਈ ਛੱਡ ਦਿੱਤਾ ਹੈ। ਸਰਬ ਸੁਖ ਆਨੰਦ ਮੰਗਲ, ਰਸ ਮਾਨ ਗੋਬਿੰਦੈ ਆਗਿਓ ਰਹਾਓ। ਹੁਣ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਮਿੱਠੀ ਮੰਨ ਕੇ ਮੈਨੂੰ ਸਾਰੇ ਸੁੱਖ ਆਨੰਦ ਹੀ ਆਨੰਦ ਹਨ, ਖੁਸ਼ੀਆਂ ਮੰਗਲ ਹੀ ਹਨ। ਰਹਾਓ ਰੁਕ ਜਾਣਾ। ਇਹ ਗੁਰੂ ਸਾਹਿਬ ਦੀ ਸਭ ਕਿਰਪਾ ਨਾਲ ਜਦੋਂ ਗੁਰੂ ਸਾਹਿਬ ਦੀ ਨਜ਼ਰ ਬਖਸ਼ਿਸ਼ ਹੋਈ ਤਾਂ ਇਹ ਸਾਰੇ ਆਨੰਦ ਪ੍ਰਾਪਤ ਹੋਏ। ਸਰਬ ਸੁੱਖ ਆਨੰਦ ਮੰਗਲ, ਰਸ ਮਾਨ ਗੋਬਿੰਦੈ ਆਗਿਓ ਰਹਾਓ। ਹੁਣ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਜ਼ਾ ਮਿੱਠੀ ਮੰਨ ਕੇ, ਜੋ ਉਸ ਦਾ ਭਾਣਾ ਸੀ ਮਿੱਠਾ ਮੰਨ ਲਿਆ, ਮੈਨੂੰ ਸਾਰੇ ਸੁੱਖ ਆਨੰਦ ਹੀ ਹਨ, ਖੁਸ਼ੀਆਂ ਮੰਗਲ ਹੀ ਹਨ। ਹੁਣ ਆਪਣੀ ਮਸਤੀ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਖੁਸ਼ ਰਹਿੰਦਾ ਹਾਂ। ਰਹਾਓ ਰੁਕ ਜਾਣਾ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਆਪਣੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 214 ਅੰਗ ਦੀ ਆਪਾਂ ਸੰਪੂਰਨ ਕਰ ਚੁੱਕੇ ਹਾਂ ਵਿਆਖਿਆ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ। ਅੱਗੇ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ 215 ਅੰਗ ਦੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਦੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।